ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਹਮ ਸਰ ਦੀਨ दयाल न तुम सर, अब पतियार क्या कीजै। बचनी तोर मोर मन मानै, जन को पूरन दीजै। हाओ बल बल जाओ रमैया कारने, कारण कवन अबोल। बहुत जन्म बिसरे थे माधो, एहो जन्म तुम्हारे लेखे। कह रविदास आस लग जीवो, चिर भयो दर्शन देखे। फिरत फिरत प्रभ आया, परया तो सरनाए। नानक की प्रभ बेनती, अपनी भगति लाए। दंडौत बंदन अनक बार, सर्ब कला समरथ। डोलन ते राखो प्रभु, नानक दे कर हाथ। डोलन ते राखो प्रभु, नानक दे कर हाथ। सतनाम श्री वाहिगुरु साहिब जी। कबीर ऐसी होए परी, मन को पावत कीन। मरने त्या क्या टरपना, जब हाथ सिदौरा लीन। कबीर ऐसी होए परी, मन को पावत कीन। वाहिगुरु जी का खालसा, वाहिगुरु जी की फतेह। पतत पावन भगत वत्सल, करुणा निदान, गरीब नवाज, निमाणियों के मान, निताणियों के ताण। जुगो जुग अटल धन धन सतगुरु श्री गुरु ग्रंथ साहिब जीओ महाराज। सतगुरां दे पावन चरनां विच जुड़ मिल बैठे गुरु रूप सतगुरां दा खास रूप साध संगत जीओ। वड्डियां भागां वाले हाँ, सतगुरां ने इस सुभाग बख्शिश कीता है। सत संगत दीआं घड़ियां दा आनंद माण रहे हाँ। संध्या वेले दे सुंदर दीवान सजे, सोदा रहराज साहिब। आरती आरता दे पाठ आप जी ने श्रवण कीते। चल रही कथा विचार, श्रोमणी भगत भगत कबीर साहिब जी की रसना तो उचारण किए हुए श्लोक हुण तक 70 श्लोकां दी विचार पिछे आपां कर आए हाँ। अज दे इस पहले श्लोक दे विच
ਕਬੀਰ ਸਾਹਿਬ ਇੱਕ ਜਿਗਿਆਸੂ ਨੂੰ ਸਿੱਖਿਆ ਦੇ ਰਹੇ ਹਨ। ਇਸ ਸ਼ਲੋਕ ਦੇ ਪ੍ਰਥਾਏ ਜੋ ਉਥਾਨਕਾ ਸੰਪਰਦਾਇ ਸਟੀਕ ਦੇ ਵਿੱਚ ਪ੍ਰਾਪਤ ਹੁੰਦੀ ਹੈ। ਇੱਕ ਵਾਰ ਇੱਕ ਸਾਧੂ ਮਹਾਤਮਾ ਸੰਸਾਰਕ ਬਿਰਤੀਆਂ ਨੂੰ ਸੰਕੋਚਦਿਆਂ ਹੋਇਆਂ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਲਿਵ ਨੂੰ ਜੋੜ ਕਰਕੇ, ਜਿਸ ਨੇ ਆਪਣੇ ਤਨ ਨੂੰ ਸਾਧਿਆ, ਮਨ ਨੂੰ ਸਾਧਿਆ, ਇੰਦਰੀਆਂ ਦਾ ਦਮਨ ਕੀਤਾ, ਸੰਜਮ ਰੱਖਿਆ, ਪਰ ਇੱਕ ਸਮਾਂ ਐਸਾ ਆਇਆ ਕਿ ਉਹ ਬੈਰਾਗੀ, ਤਿਆਗੀ, ਤਪਸਵੀ ਸਾਧੂ ਸੰਸਾਰ ਦੀ ਮੋਹ ਮਾਇਆ ਦੇ ਵਿੱਚ ਖਚਿਤ ਹੋ ਗਿਆ। ਉਹਦਾ ਮਨ ਮੋਹਣੀ ਰੂਪ ਦੇ ਵਿੱਚ, ਕਾਮ ਵਾਸ਼ਨਾ ਦੇ ਵਿੱਚ ਗਲਤਾਨ ਹੋਣ ਕਰਕੇ ਉਹ ਸੰਸਾਰਕ ਬਿਰਤੀਆਂ ਦੇ ਵਿੱਚ ਖੰਡਿਤ ਹੋ ਗਿਆ। ਉਸ ਸਾਧੂ ਨੂੰ ਸਿੱਖਿਆ ਦੇਣ ਲਈ ਕਬੀਰ ਸਾਹਿਬ ਜੀ ਸ਼ਲੋਕ ਉਚਾਰਨ ਕਰਦੇ ਨੇ ਕਿ ਹੇ ਭਾਈ, ਐਸੀ ਹੋਏ ਪਰੀ ਮਨ ਕੋ ਭਾਵਤ ਕੀਨ। ਪਰੀ ਦਾ ਅਰਥ ਇੱਥੇ ਪਰੀ ਨਹੀਂ ਜਿਹਨੂੰ ਆਪਾਂ ਆਕਾਸ਼ ਪਰੀ ਕਿਹਾ ਜਾਂ ਹੋਰ ਕਈ ਤਰ੍ਹਾਂ ਦੀ ਸੰਗਿਆ ਦਿੱਤੀ ਗਈ ਹੈ। ਇੱਥੇ ਪਰੀ ਦਾ ਮਤਲਬ ਲਿਆ ਗਿਆ ਕਿ ਇਸ ਤਰ੍ਹਾਂ ਦੀ ਜਿਹੜੀ ਗੱਲ ਹੋਈ ਪਈ ਹੈ, ਆਹ ਗੱਲ ਬਣ ਗਈ ਕਿ ਜਿਹੜੇ ਸਾਧੂ ਬਣ ਗਏ ਸਨ, ਜਿਨ੍ਹਾਂ ਨੇ ਸੰਸਾਰ ਵੱਲੋਂ ਆਪਣੀ ਬਿਰਤੀ ਨੂੰ ਮੋੜ ਲਿਆ, ਪਰ ਹੁਣ ਉਹਨਾਂ ਦੇ ਅੰਦਰ ਕਾਮ ਵਾਸ਼ਨਾ ਫਿਰ ਪੈਦਾ ਹੋ ਗਈ ਅਤੇ ਉਹ ਸੰਸਾਰਕ ਜਿੱਧਰੋਂ ਪਹਿਲਾਂ ਮੁੜ ਕੇ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜੇ ਸਨ, ਹੁਣ ਦੁਬਾਰਾ ਫਿਰ ਉਸੇ ਸੰਸਾਰ ਦੇ ਵਿੱਚ ਆਪਣੀ ਬਿਰਤੀ ਨੂੰ ਲਾ ਰਹੇ ਹਨ। ਕਬੀਰ ਜੀ ਕਹਿੰਦੇ ਨੇ, ਐਸੀ ਹੋਏ ਪਰੀ ਮਨ ਕੋ ਭਾਵਤ ਕੀਨ। ਜਿਹੜੇ ਮਨ ਨੂੰ ਪਹਿਲਾਂ ਮੋੜ ਲਿਆ ਸੀ, ਕਿਉਂਕਿ ਇਹ ਮਾਰਗ ਬੜਾ ਔਖਾ ਹੈ। ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਆ ਹੈ ਦੁੱਖ। ਔਖਾ ਜ਼ਰੂਰ ਹੈ, ਪਰ ਜਿਨ੍ਹਾਂ ਨੂੰ ਭੁੱਖ ਲੱਗੀ ਹੈ ਨਾਮ ਦੀ, ਜਿਨ੍ਹਾਂ ਨੂੰ ਦਰਸ਼ਨਾਂ ਦੀ ਤਾਂਘ ਹੈ, ਉਹ ਫਿਰ ਕਿਵੇਂ ਜੀ ਸਕਦੇ ਨੇ। ਉਹ ਤੇ ਕਹਿੰਦੇ ਨੇ, ਦਰਸ਼ਨ ਪਿਆਸੀ ਦਿਨਸ ਰਾਤ, ਚਿਤ ਵੋ ਅਨ ਦਿਨ ਨੀਤ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਉਹ ਦਰਸ਼ਨਾਂ ਤੋਂ ਬਗੈਰ ਕਿਵੇਂ ਰਹਿ ਸਕਦੇ ਹਨ? ਉਹ ਪਿਆਰੇ ਦੇ ਦੀਦਾਰ ਤੋਂ ਬਗੈਰ ਕਿਵੇਂ ਰਹਿ ਸਕਦੇ ਹਨ? ਉਹ ਤਾਂ ਕਹਿੰਦੇ ਨੇ, ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ, ਹਉ ਫਿਰੋ ਖੋਜੰਤੀਆ, ਤਿਸ 10 ਪਿਆਰੇ, ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ। ਉਹ ਤੇ ਖਿਨ ਖਿਨ ਪਲ ਪਲ ਦਰਸ਼ਨਾਂ ਨੂੰ ਲੋਚਦੇ ਨੇ। ਦਰਸ਼ਨਾਂ ਤੋਂ ਬਗੈਰ ਉਹਨਾਂ ਦਾ ਮਰਨਾ ਹੈ। 4 ਪਹਿਰ 4 ਜੁਗ ਹੈ ਸਮਾਨੇ, ਇਸ ਤਰ੍ਹਾਂ ਦੀ ਹਾਲਾਤ ਉਹਨਾਂ ਦੀ ਬਣ ਜਾਂਦੀ ਹੈ। ਉਹ ਤੇ ਫਿਰ ਬਚਨ ਕਰਦੇ ਨੇ, ਤੇਰਾ ਮੁਖ ਸੁਹਾਵਾ ਜੀਓ, ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ। ਧਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। ਉਹ ਆਪਣੇ ਆਪ ਨੂੰ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸਮਰਪਣ ਕਰਦੇ ਨੇ ਕਿ ਹੇ ਵਾਹਿਗੁਰੂ, ਤੇਰੇ ਬਗੈਰ ਸਾਡਾ ਕੋਈ ਸਹਾਰਾ ਨਹੀਂ। ਤੇਰੇ ਦੀਦਾਰ ਸਾਨੂੰ ਪ੍ਰਾਪਤ ਹੋ ਜਾਣ, ਉਹਦੇ ਬਦਲੇ ਭਾਵੇਂ ਸਾਡਾ ਸਿਰ ਵੀ ਭੇਟਾ ਦੇ ਵਿੱਚ ਲੱਗ ਜਾਵੇ ਤੇ ਥੋੜ੍ਹਾ ਹੈ। ਸੀਸ ਵੱਢੈ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ।
ਤੂੰ ਚੋ ਸੱਜਣ ਮੈਡਿਆ ਡੇਈ ਸਿਸ ਉਤਾਰ, ਨੈਣ ਮਿਹੰਜੇ ਤਰਸਦੇ ਕਦ ਪੱਸੀ ਦੀਦਾਰ। ਇਸ ਤਰ੍ਹਾਂ ਦੀ ਬਿਰਤੀ ਵਾਲੇ ਜਿਨ੍ਹਾਂ ਨੇ ਸੰਸਾਰ ਵਾਲੇ ਪਾਸਿਓਂ ਆਪਣੇ ਮਨ ਨੂੰ ਮੋੜ ਲਿਆ। ਪਰ ਹੁਣ ਕੀ ਹੋਇਆ? ਕਬੀਰ ਸਾਹਿਬ ਕਹਿਣ ਲੱਗੇ, ਮਨ ਕਉ ਭਾਵਤ ਕੀਨ, ਸੰਸਾਰ ਦੀਆਂ ਉਹ ਮੋਹਣੀਆਂ ਵਸਤੂਆਂ ਜਿਸ ਨੇ ਇਸ ਮਨ ਨੂੰ, ਸਾਧੂ ਦੇ ਮਨ ਨੂੰ ਮੋੜ ਲਿਆ। ਕਹਿਣ ਲੱਗੇ ਭਾਈ ਇਸ ਤਰ੍ਹਾਂ ਦੀ ਗੱਲ ਹੋਈ ਪਈ ਹੈ। ਮਰਨੇ ਤੇ ਕਿਆ ਡਰਪਨ, ਜਬ ਹਾਥ ਸਿਧੌਰਾ ਲੀਨ। ਕਬੀਰ ਸਾਹਿਬ ਕਹਿਣ ਲੱਗੇ ਫਿਰ ਮਰਨ ਤੋਂ ਕਿਹੜੀ ਗੱਲ ਦਾ ਡਰ ਹੈ? ਇਹ ਕਿਹੜਾ ਮਰਨਾ ਹੈ? ਫਿਜ਼ੀਕਲ ਮੌਤ ਦੀ ਗੱਲ ਨਹੀਂ ਕੀਤੀ। ਕਬੀਰ ਸਾਹਿਬ ਕਹਿਣ ਲੱਗੇ ਸੰਸਾਰਕ ਪੱਖੋਂ ਮਰਨਾ, ਕਿਉਂਕਿ ਹੁਣ ਸੰਸਾਰ ਦੇ ਜਿਹੜੇ ਸਕੇ ਸੰਬੰਧੀ ਮਿੱਤਰ ਭਾਈ ਜੋ ਵੀ ਨੇ ਉਹ ਸਕੇ ਨਹੀਂ, ਕਿਉਂਕਿ ਉਹਨਾਂ ਨਾਲੋਂ ਨਾਤਾ ਤੋੜ ਲਿਆ ਹੈ। ਹੁਣ ਨਾਤਾ ਉਸ ਅਕਾਲ ਦੇ ਨਾਲ, ਉਸ ਪਰਮਾਤਮਾ ਦੇ ਨਾਲ ਜੁੜ ਚੁੱਕਿਆ ਹੈ। ਜੇ ਹਾਲੇ ਵੀ ਆਪਣੀ ਬਿਰਤੀ ਨੂੰ ਸੰਸਾਰਕ ਸੰਬੰਧੀਆਂ ਦੇ ਨਾਲ ਜੋੜ ਕਰਕੇ ਰੱਖਦਾ ਤੇ ਕਬੀਰ ਸਾਹਿਬ ਕਹਿਣ ਲੱਗੇ ਫਿਰ ਤੈਨੂੰ ਡਰ ਹੈ। ਤੂੰ ਸੰਸਾਰ ਵਾਲੇ ਪਾਸਿਓਂ ਮਰਨਾ ਨਹੀਂ ਚਾਹੁੰਦਾ। ਤੇਰੇ ਅੰਦਰ ਉਦਾਸੀ ਹੋਣ ਦਾ ਇੱਕ ਬੈਰਾਗ ਤੇ ਪੈਦਾ ਹੋਇਆ ਸੀ, ਪਰ ਉਦਾਸੀਆਂ ਦੇ ਵਾਂਗ ਤੈਨੂੰ ਰਹਿਣਾ ਨਹੀਂ ਆਇਆ। ਤੂੰ ਸਾਰਾ ਕੁਝ ਛੱਡ ਕੇ ਘਰ ਬਾਹਰ ਛੱਡਿਆ, ਕਿੰਨਾ ਸਮਾਂ ਤਪ ਕੀਤਾ, ਬੰਦਗੀ ਕੀਤੀ, ਪਰ ਤੇਰਾ ਮਨ ਫਿਰ ਇਹਨਾਂ ਵਾਸ਼ਨਾਵਾਂ ਦੇ ਵਿੱਚ ਡੋਲ ਗਿਆ। ਤੂੰ ਇਸ ਮਰਨ ਤੋਂ ਡਰ ਗਿਆ, ਸੰਸਾਰਕ ਭਾਵ ਤੋਂ ਆਪਣੇ ਇੰਦਰੀਆਂ ਦਾ ਦਮਨ ਕਰਨਾ ਕੀਤਾ ਵੀ ਸੀ, ਪਰ ਫਿਰ ਇੱਧਰੋਂ ਤੈਨੂੰ ਮਰਨਾ ਔਖਾ ਲੱਗਿਆ, ਇਹ ਛੱਡਣਾ ਔਖਾ ਲੱਗਿਆ, ਕਿਉਂਕਿ ਤੈਨੂੰ ਹੁਣ ਸੰਸਾਰਕ ਰਸਾਂ ਨੇ ਫਿਰ ਆਪਣੇ ਵੱਲ ਖਿੱਚ ਲਿਆ। ਕਬੀਰ ਰਸ ਕੋ ਗਾਂਡੋ ਚੂਸੀਐ, ਗੁਣ ਕੋ ਮਰੀਐ ਰੋਏ। ਮਰਨੇ ਤੇ ਕਿਆ ਡਰਪਨਾ, ਜਬ ਹਾਥ ਸਿਧੌਰਾ ਲੀਨ। ਜਦੋਂ ਕਿਸੇ ਉਦਾਸੀ ਸਾਧੂ ਨੂੰ ਜੰਗਲ ਦੇ ਵਿੱਚ ਜਦੋਂ ਤਪ ਕਰਦਾ ਹੈ ਅਤੇ ਆਪਣੇ ਗੁਰੂ ਤੋਂ, ਜਿਹਨੂੰ ਗੁਰੂ ਧਾਰਨ ਕਰਦਾ ਹੈ, ਉਹ ਤੋਂ ਸਿੱਖਿਆ ਲੈਂਦਾ ਹੈ, ਉਦੋਂ ਫਿਰ ਕੁਝ ਕਿਰਿਆ ਕਰਮ ਜਿਹੜੇ ਨੇ ਉਹ ਕਰਨੇ ਪੈਂਦੇ ਨੇ। ਉਸ ਕਿਰਿਆ ਕਰਮ ਅਨੁਸਾਰ ਹਾਥ ਸਿਧੌਰਾ ਲੀਨ, ਕੇਸਰ ਆਦਿ ਲਾ ਕਰਕੇ, ਨਾਲੀਏਰ ਆਦਿ ਦੇ ਕਰਕੇ ਫਿਰ ਇਸੇ ਤਰ੍ਹਾਂ ਹੱਥ ਵਿੱਚ ਇੱਕ ਠੂਠਾ ਫੜਾਇਆ ਜਾਂਦਾ ਹੈ। ਕਹਿਣ ਲੱਗੇ ਜਦੋਂ ਹੱਥ ਵਿੱਚ ਇਹ ਸਾਰਾ ਕੁਝ ਫੜ ਲਿਆ, ਉਦਾਸੀ ਹੀ ਬਣ ਗਏ, ਤੇ ਫਿਰ ਹੁਣ ਸੰਸਾਰ ਵਾਲੇ ਪਾਸੇ ਮੁੜਨ ਦੀ ਗੱਲ ਨਹੀਂ ਬਣਦੀ। ਉਧਰ ਨੂੰ ਜੇ ਮੁੜਦੇ ਹੋ ਤੇ ਕਹਿਣ ਲੱਗੇ ਇਹ ਠੀਕ ਨਹੀਂ। ਇਸੇ ਤਰ੍ਹਾਂ ਅੱਗੇ ਦੱਸਦੇ ਹਨ, ਕਬੀਰ ਰਸ ਕੋ ਗਾਂਡੋ ਚੂਸੀਐ, ਗੁਣ ਕੋ ਮਰੀਐ ਰੋਏ। ਰਸ ਕੋ, ਰਸ ਦਾ, ਗਾਂਡੋ ਦਾ ਅਰਥ ਹੈ ਗੰਢਾਂ ਵਾਲਾ। ਜਦੋਂ ਆਪਾਂ ਗੰਨਾ ਤੋੜਦੇ ਹਾਂ, ਗੰਨਾ ਆਪਾਂ ਸਭ ਨੇ ਦੇਖਿਆ, ਗੰਨੇ ਦੀਆਂ ਨਿੱਕੀਆਂ ਨਿੱਕੀਆਂ ਪੋਰੀਆਂ ਹੁੰਦੀਆਂ, ਹਰ ਪੋਰੀ ਤੋਂ ਬਾਅਦ ਗੰਢ ਹੁੰਦੀ ਹੈ। ਕਹਿਣ ਲੱਗੇ ਉਹ ਗੰਨਾ ਮਿੱਠਾ ਹੈ, ਉਹਦੇ ਵਿੱਚ ਮਿਠਾਸ ਹੈ, ਪਰ ਇੱਕ ਪੋਰੀ ਤੋਂ ਬਾਅਦ ਫੇਰ ਗੰਢ ਆ ਜਾਂਦੀ ਹੈ, ਫੇਰ ਗੰਢ ਆ ਜਾਂਦੀ ਹੈ। ਉਸ ਨੂੰ ਚੂਪੀਦਾ ਹੈ, ਚੂਪਦਿਆਂ ਰਸ ਵੀ ਮਿਲਦਾ ਹੈ, ਉਹਦੇ ਛਿਲਤਾਂ ਵੀ ਆਉਂਦੀਆਂ ਨੇ, ਗੰਢਾਂ ਵੀ ਆਉਂਦੀਆਂ ਨੇ। ਪਰ ਕਹਿਣ ਲੱਗੇ ਗੁਣ ਕਉ ਮਰੀਐ ਰੋਏ, ਕਿਉਂਕਿ ਉਹਦੇ ਵਿੱਚ ਗੁਣ ਹੈ, ਉਹਦੇ ਵਿੱਚ ਮਿਠਾਸ ਹੈ। ਇਸ ਕਰਕੇ ਉਹਨਾਂ ਗੰਢਾਂ ਤੋਂ ਆਪਣਾ ਬਚਾਅ ਕਰਦਿਆਂ, ਉਹਨਾਂ ਛਿਲਤਾਂ ਤੋਂ ਬਚਾਅ ਕਰਦਿਆਂ ਹੋਇਆਂ, ਗੰਨੇ ਦਾ ਰਸ ਪੀਣ ਵਾਲਾ, ਗੰਨੇ ਦਾ ਰਸ ਚੂਪਣ ਵਾਲਾ ਜਿਹੜਾ ਜੀਵ ਹੈ ਉਹ ਗੰਨੇ ਨੂੰ ਚੂਪੇਗਾ। ਇਸੇ ਤਰ੍ਹਾਂ ਕਹਿਣ ਲੱਗੇ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਗੰਨੇ ਦੇ ਰਸ ਦੇ ਨਿਆਈ ਹੈ, ਮਿੱਠਾ ਹੈ, ਬਹੁਤ ਆਨੰਦ ਹੈ, ਪਰ ਉਹਦੇ ਵਿੱਚ ਕਿਉਂਕਿ ਇਹ ਜਿਹੜਾ ਖੰਡੇ ਧਾਰ ਗਲੀ ਅਤ ਭੀੜੀ, ਆਖਣ ਔਖਾ ਸਾਚਾ ਨਾਓ, ਇਹਦੇ ਵਿੱਚ ਬੜੇ ਤਰ੍ਹਾਂ ਦੀਆਂ ਗੰਢਾਂ ਆਉਂਦੀਆਂ ਨੇ, ਬੜੇ ਤਰ੍ਹਾਂ ਦੀਆਂ ਛਿਲਤਾਂ ਆਉਂਦੀਆਂ ਨੇ, ਜਿੱਥੇ ਇਸ ਜੀਵ ਨੂੰ ਰੋਕਿਆ ਜਾਂਦਾ ਹੈ ਕਿ ਤੂੰ ਇਸ ਵਾਲੇ ਪਾਸੇ ਕਿਉਂ ਆਇਆ ਹੈ। ਪਿਛਲੇ ਹੀ ਸ਼ਲੋਕ ਦਾ ਅੱਗੇ ਵਿਸਥਾਰ ਭਗਤ ਕਬੀਰ ਸਾਹਿਬ ਜੀ ਕਰ ਰਹੇ ਨੇ ਕਿ ਜਿਵੇਂ ਉਹ ਸਾਧੂ ਆਪਣੀਆਂ ਅੱਖਾਂ ਦੀ ਜਿਹੜੀ ਵਾਸ਼ਨਾ ਸੀ ਉਹਦੇ ਕਰਕੇ
परमात्मा वाले पासियों टुट के ਉਹਦੀ ਬਿਰਤੀ ਜਿਹੜੀ ਹੈ ਉਹ ਸੰਸਾਰ ਵਾਲੇ ਪਾਸੇ ਮੋਹਿਤ ਹੋ ਗਈ। ਕਹਿਣ ਲੱਗੇ ਇੱਕ ਗੱਲ ਦਾ ਖਿਆਲ ਰੱਖਿਆ ਜਾਵੇ, ਗੰਨਾ ਚੂਪਣ ਵਾਲੇ ਨੂੰ ਗੰਢਾਂ ਵੀ ਆਉਣਗੀਆਂ, ਛਿਲਤਾਂ ਵੀ ਆਉਣਗੀਆਂ, ਪਰ ਜੇਕਰ ਉਹਦੀ ਸੁਰਤੀ ਤੇ ਬਿਰਤੀ ਦੇ ਵਿੱਚ ਪਰਮਾਤਮਾ ਦਾ ਨਾਮ ਰਿਹਾ, ਉਹਦੀ ਸੁਰਤੀ ਤੇ ਬਿਰਤੀ ਦੇ ਵਿੱਚ ਕੇਵਲ ਗੰਨੇ ਦਾ ਰਸ ਹੈ, ਉਹ ਗੰਢਾਂ ਦੀ ਪਰਵਾਹ ਨਹੀਂ ਕਰੇਗਾ, ਛਿਲਤਾਂ ਦੀ ਪਰਵਾਹ ਨਹੀਂ ਕਰੇਗਾ। ਇਸੇ ਤਰ੍ਹਾਂ ਪਰਮਾਤਮਾ ਦਾ ਨਾਮ ਜਪਣ ਵਾਲੇ ਭਾਵੇਂ ਜਿੰਨੀਆਂ ਵੀ ਰੁਕਾਵਟਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ੇ ਵਿਕਾਰਾਂ ਦੀਆਂ ਆਉਣ, ਚਾਹੇ ਸਰੀਰ ਕਰਕੇ ਆਉਣ ਮਨ ਕਰਕੇ ਆਉਣ, ਉਹ ਇਹਨਾਂ ਗੰਢਾਂ ਦੀ ਪਰਵਾਹ ਨਹੀਂ ਕਰਦੇ। ਕਬੀਰ ਸਾਹਿਬ ਕਹਿਣ ਲੱਗੇ ਨੇ, ਗੁਣ ਕਉ ਮਰੀਐ ਰੋਏ। ਰੋਏ ਦਾ ਮਤਲਬ ਜੇ ਕਿਸੇ ਦੇ ਕੋਲ ਗੁਣ ਹੈ ਉਹਨੂੰ ਵੇਖ ਕੇ ਰੋਣਾ ਨਹੀਂ, ਸੜਨਾ ਨਹੀਂ। ਰੋਏ ਦਾ ਭਾਵ ਇਹ ਹੈ ਕਿ ਜੇ ਵਾਹਿਗੁਰੂ ਦਾ ਨਾਮ ਕੋਈ ਸੰਤ ਸਾਧੂ ਮਹਾਤਮਾ ਜਪ ਸਕਦਾ ਹੈ, ਉਹ 10 ਘੰਟੇ ਚੌਂਕੜਾ ਲਾ ਸਕਦਾ, ਤੇ ਅਸੀਂ ਕਿਉਂ ਨਹੀਂ ਲਾ ਸਕਦੇ? ਪੋਜ਼ਿਟਿਵ ਥਿੰਕ ਤੋਂ ਲੈਣਾ ਹੈ, ਇਹਦਾ ਪੋਜ਼ਿਟਿਵ ਪੱਖ ਲੈਣਾ ਹੈ। ਕਹਿਣ ਲੱਗੇ ਜੇ ਕੋਈ ਚੰਗਾ ਕਰਦਾ ਹੈ ਤੇ ਉਸ ਚੰਗੇ ਦੀ ਰੀਸ ਕੀਤੀ ਜਾਵੇ, ਨਾ ਕਿ ਮਾੜੇ ਦੀ। ਰਸ ਕੋ ਗਾਂਢੋ ਚੂਸੀਐ ਗੁਣ ਕੋ ਮਰੀਐ ਰੋਏ। ਜੇ ਕਿਸੇ ਕੋਲ ਗੁਣ ਹੈ, ਸਤੋ ਗੁਣ ਹੈ, ਤੇ ਉਸ ਗੁਣ ਨੂੰ ਮਰ ਕੇ ਵੀ ਪ੍ਰਾਪਤ ਕੀਤਾ ਜਾਵੇ, ਤੇ ਕਹਿਣ ਲੱਗੇ ਤਾਂ ਵੀ ਸੌਦਾ ਛੋਟਾ ਨਹੀਂ, ਬਹੁਤ ਵੱਡਾ ਸੌਦਾ ਹੈ। ਅਵਗੁਣਿਆਰੇ ਮਾਨਸੈ ਭਲੋ ਨ ਕਹੇ ਹੈ ਕੋਏ। ਕਬੀਰ ਸਾਹਿਬ ਕਹਿਣ ਲੱਗੇ ਜੇ ਤੁਹਾਡੇ ਵਿੱਚ ਔਗਣ ਹੈ, ਔਗਣਾਂ ਵਾਲੇ ਮਨੁੱਖ ਨੂੰ ਸੰਸਾਰ ਦੇ ਵਿੱਚ ਕੋਈ ਭਲਾ ਨਹੀਂ ਕਹਿੰਦਾ, ਕੋਈ ਚੰਗਾ ਨਹੀਂ ਕਹਿੰਦਾ। ਕੀ ਆਪਾਂ ਸਮਾਜ ਵਿੱਚ ਵੇਖਿਆ ਜੇ ਕੋਈ ਬੰਦਾ ਕਾਮੀ ਹੋਵੇ ਤੇ ਉਹਨੂੰ ਕੋਈ ਮੂੰਹ ਲਾਉਂਦਾ ਹੋਵੇ? ਕਹਿਣ ਲੱਗਾ ਨਾ ਭਾਈ, ਧੀਆਂ ਭੈਣਾਂ ਵਾਲਾ ਘਰ ਹੈ, ਇਸ ਬੰਦੇ ਨੂੰ ਘਰ ਵਿੱਚ ਨਹੀਂ ਆਉਣ ਦੇਣਾ। ਜੇ ਕੋਈ ਕ੍ਰੋਧੀ ਹੋਵੇ ਉਹ ਤੋਂ ਵੀ 10 ਫੁੱਟ ਦੂਰ ਦੀ ਹੋ ਕੇ ਨਿਕਲਦੇ ਨੇ। ਕਹਿਣ ਲੱਗੇ ਇਹ ਕਲਾ ਦੀ ਘਰ ਹੈ, ਇਹਨੂੰ ਕਿਉਂ ਛੇੜਨਾ ਹੈ, ਇਹ ਤੋਂ ਦੂਰੀ ਚੰਗੀ ਹੈ। ਇਸੇ ਤਰ੍ਹਾਂ ਲੋਭੀ ਬੰਦੇ ਤੋਂ ਵੀ ਦੂਰੀ ਹੀ ਬਣਾਈ ਜਾਂਦੀ ਹੈ। ਇਹਦਾ ਕੀ ਪਤਾ? ਮਹਾਰਾਜ ਜੀ ਕਹਿਣ ਲੱਗੇ ਲੋਭੀ ਦਾ ਕੋਈ ਭਰੋਸਾ ਨਹੀਂ, ਉਹ ਆਪਣੇ ਸਕਿਆਂ ਦਾ, ਭੈਣ ਭਾਈ ਮਾਤਾ ਪਿਤਾ ਕਿਸੇ ਦਾ ਸਕਾ ਨਹੀਂ। ਮਹਾਰਾਜ ਕਹਿੰਦੇ ਲੋਭੀ ਕਾ ਵਿਸਾਹੋ ਨਾ ਕੀਚੈ। ਲੋਭੀ ਦਾ ਵਿਸਾਹ ਨਹੀਂ ਕਰਨਾ ਚਾਹੀਦਾ। ਐਸੇ ਲੋਭੀ ਨੂੰ, ਕ੍ਰੋਧੀ ਨੂੰ, ਹੰਕਾਰੀ ਨੂੰ ਕੋਈ ਮੂੰਹ ਤੱਕ ਨਹੀਂ ਲਾਉਂਦਾ। ਕਬੀਰ ਸਾਹਿਬ ਕਹਿਣ ਲੱਗੇ ਜਿਨ੍ਹਾਂ ਦੇ ਵਿੱਚ ਔਗਣ ਨੇ, ਔਗਣਿਆਰੇ ਮਾਨਸੈ ਭਲੋ ਨਾ ਕਹੈ ਹੈ ਕੋਏ। ਉਹਨਾਂ ਨੂੰ ਕੋਈ ਭਲਾ ਨਹੀਂ ਕਹਿੰਦਾ, ਕਿਉਂਕਿ ਉਹਨਾਂ ਵਿੱਚ ਔਗਣਾਂ ਦੀ ਇੰਨੀ ਭਰਮਾਰ ਹੈ। ਇਸ ਕਰਕੇ ਕਬੀਰ ਸਾਹਿਬ ਕਹਿਣ ਲੱਗੇ ਰਸਾਂ ਵਾਲਾ ਜਿਹੜਾ ਵਾਹਿਗੁਰੂ ਦਾ ਨਾਮ ਹੈ, ਬੇਸ਼ੱਕ ਮੁਸ਼ਕਿਲ ਤਾਂ ਹੈ, ਪਰ ਉਸ ਨਾਮ ਨੂੰ ਚਖਿਆ ਜਾਵੇ, ਉਹਦੇ ਨਾਲ ਫਿਰ ਇੱਥੇ ਵੀ ਸੋਭਾ ਹੈ, ਅਗਲੇ ਸੰਸਾਰ ਦੇ ਵਿੱਚ ਵੀ ਸੋਭਾ ਹੈ। ਇੱਥੇ ਵੀ ਜੈ ਜੈਕਾਰ ਹੈ, ਨਾਮ ਜਪਣ ਵਾਲੇ ਦੀ ਵਡਿਆਈ ਹੈ, ਤੇ ਅੱਗੇ ਦਰਗਾਹ ਦੇ ਵਿੱਚ ਉੱਥੇ ਵੀ ਜੈ ਜੈਕਾਰ ਹੋਵੇਗੀ। ਕਬੀਰ ਗਾਗਰ ਜਲ ਭਰੀ ਆਜ ਕਾਲ ਜਹ ਫੂਟ। ਹੁਣ ਇਹਨਾਂ ਉਪਰਕਤ ਦੋਨਾਂ ਸ਼ਲੋਕਾਂ ਦਾ ਹੀ ਅੱਗੇ ਵਿਸਥਾਰ ਕਰ ਰਹੇ ਨੇ। ਕਹਿਣ ਲੱਗੇ ਜਿਸ ਤਰ੍ਹਾਂ ਮਿੱਟੀ ਦਾ ਭਾਂਡਾ ਭਰਿਆ ਹੈ ਕੱਚਾ, ਤੇ ਕਿੰਨਾ ਕੁ ਸਮਾਂ ਉਹ ਰੁਕ ਸਕਦਾ ਹੈ, ਉਹਦੇ ਵਿੱਚ ਪਾਣੀ ਭਰਿਆ ਹੋਇਆ ਹੈ, ਤੇ ਇੱਕ ਦਿਨ ਐਸਾ ਆਵੇਗਾ ਕਿ ਉਹ ਜਿਹੜਾ ਭਾਂਡਾ ਹੈ ਫੁੱਟ ਜਾਵੇਗਾ। ਇਸੇ ਤਰ੍ਹਾਂ ਕਹਿਣ ਲੱਗੇ ਗਾਗਰ ਜਲ ਭਰੀ, ਇਹ ਜਿਹੜਾ ਸਰੀਰ ਹੈ 5 ਤੱਤਾਂ ਦਾ ਬਣਿਆ, ਇਹਨੂੰ ਕਬੀਰ ਸਾਹਿਬ ਕਹਿਣ ਲੱਗੇ ਉਹ ਮਿੱਟੀ ਦੇ ਭਾਂਡੇ, ਮਿੱਟੀ ਦੇ ਤੋੜੇ, ਮਿੱਟੀ ਦੇ ਘੜੇ ਵਾਂਗ ਹੈ। ਇਹਦੇ ਵਿੱਚ ਸਵਾਸਾਂ ਰੂਪੀ ਪਾਣੀ ਭਰਿਆ ਗਿਆ ਹੈ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ ਇੱਕ ਨਾ 10ਵਾਂ ਦੁਆਰ ਦਿਖਾਇਆ। ਇਸ ਜੀਓ ਦੇ ਅੰਦਰ, ਇਸ ਵਾਹਿਗੁਰੂ, ਇਸ ਸਰੀਰ ਦੇ ਅੰਦਰ ਉਸ ਵਾਹਿਗੁਰੂ ਨੇ ਜੀਓ ਭੇਜਿਆ ਹੈ, ਜਿਹਨੂੰ ਆਪਾਂ ਆਤਮਾ ਕਹਿੰਦੇ ਹਾਂ। ਕਹਿਣ ਲੱਗੇ ਦੇਖੋ ਗਾਗਰ ਜਲ ਭਰੀ, ਇਹ ਗਾਗਰ ਹੈ ਸਰੀਰ, ਤੇ ਇਹਦੇ ਵਿੱਚ ਪਾਣੀ ਰੂਪ ਸਵਾਸ ਨੇ। ਆਜ ਕਾਲ ਜੈ ਹੈ ਫੂਟ। ਆਜ ਕਾਲ ਦਾ ਮਤਲਬ ਅੱਜ ਭਲਕੇ, ਪਤਾ ਹੀ ਨਹੀਂ। ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਹਤ ਨਾ ਜਾਣਾ। ਪਤਾ ਹੀ ਨਹੀਂ ਕਦੋਂ ਹਰੀ ਨਾਹੀ ਨਹਿ ਡਡਰੀ ਪੱਕੀ ਵੱਢਣ ਹਾਰ, ਕਦੋਂ ਸਮਾਂ ਆ ਜਾਵੇ।
ਕਿਉਂਕਿ ਬਾਲ, ਜਵਾਨੀ ਔਰ ਬਿਰਧ ਫੁਨ 3 ਅਵਸਥਾ ਜਾਨ। 3 ਅਵਸਥਾਵਾਂ ਨੇ, ਪਰ ਮੌਤ ਦਾ ਕੀ ਪਤਾ। ਮੌਤ ਕਦੋਂ ਆ ਕੇ ਮਨੁੱਖ ਨੂੰ ਘੇਰ ਲੈਂਦੀ ਹੈ, ਉਹ ਬੱਚੇ ਨੂੰ ਨਹੀਂ ਦੇਖਦੀ, ਉਹ ਬਜ਼ੁਰਗ ਨੂੰ ਨਹੀਂ ਵੇਖਦੀ, ਉਹ ਕਿਸੇ ਵੱਡੇ ਅਮੀਰਜ਼ਾਦੇ ਨੂੰ ਨਹੀਂ ਦੇਖਦੀ। ਜਦੋਂ ਸਮਾਂ ਆਉਂਦਾ ਹੈ, ਸਵਾਸਾਂ ਦੀ ਪੂੰਜੀ ਖਤਮ ਹੁੰਦੀ ਹੈ ਤੇ ਕਹਿਣ ਲੱਗੇ ਫਿਰ ਇਹ ਜਿਹੜਾ ਸਰੀਰ ਹੈ ਮਿੱਟੀ ਦੀ ਢੇਰੀ ਹੋ ਜਾਂਦਾ ਹੈ। ਆਜ ਕਾਲ ਜੈ ਹੈ ਫੂਟ, ਇਸ ਭਾਂਡੇ ਨੇ ਫੁੱਟ ਜਾਣਾ ਹੈ। ਗੁਰ ਜੋ ਨ ਚਿਤ ਹੈ ਆਪਨ, ਅਦ ਮਾਜ ਲਿਜਹਿ ਗੇ ਲੂਟ। ਕਬੀਰ ਸਾਹਿਬ ਕਹਿਣ ਲੱਗੇ ਜਿਹੜੇ ਆਪਣੇ ਗੁਰੂ ਨੂੰ ਯਾਦ ਨਹੀਂ ਕਰਦੇ, ਜਿਹੜੇ ਵਾਹਿਗੁਰੂ ਦੀ ਬੰਦਗੀ ਦੇ ਵਿੱਚ ਨਹੀਂ ਜੁੜਦੇ, ਤੇ ਜਦੋਂ ਇਸ ਗਾਗਰ ਨੇ ਫੁੱਟਣਾ ਹੈ, ਇਸ ਦੇਹ ਨੇ ਬਿਨਸਣਾ ਹੈ, ਤੇ ਉਦੋਂ ਫਿਰ ਕੀ ਹੋਵੇਗਾ। ਮਰਨ ਤੋਂ ਬਾਅਦ ਜਦੋਂ ਇਸ ਜੀਓ ਨੂੰ ਜਮਦੂਤ ਫੜ ਕੇ ਲੈ ਕੇ ਜਾਣਗੇ, ਪਾਤਸ਼ਾਹ ਜੀ ਵਚਨ ਕਰਦੇ ਨੇ, ਕਰਮ ਧਰਮ ਪਾਖੰਡ ਜੋ ਦੀਸ ਹੈ, ਤਿਨ ਜਮ ਜਾਗਾਤੀ ਲੂਟੈ। ਨਿਰਵਾਣ ਕੀਰਤਨ ਗਾਵ ਹੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਜੋ ਵੀ ਕਰਮ ਧਰਮ ਨੇ ਵਾਹਿਗੁਰੂ ਦੇ ਨਾਮ ਤੋਂ ਬਗੈਰ ਮਨੁੱਖ ਕਰਦਾ ਹੈ। ਹਿੰਦੂ ਧਰਮ ਦੇ ਵਿੱਚ ਕਈ ਤਰ੍ਹਾਂ ਦੇ ਕਰਮ ਕਾਂਡ ਕੀਤੇ ਜਾਂਦੇ ਨੇ। ਕਹਿਣ ਲੱਗੇ ਪਰਮੇਸ਼ਰ ਦੇ ਨਾਮ ਤੋਂ ਬਗੈਰ ਜਿੰਨੇ ਵੀ ਕਰਮ ਕਾਂਡ ਨੇ ਇਹਨਾਂ ਦਾ ਕੋਈ ਫਾਇਦਾ ਨਹੀਂ, ਜੇਕਰ ਵਾਹਿਗੁਰੂ ਦਾ ਨਾਮ ਨਹੀਂ। 3 ਜਮ ਜਾ ਗਾਤੀ ਲੂਟੈ, ਉਹਨਾਂ ਨੂੰ ਤੇ ਜਮ ਰਾਹ ਦੇ ਵਿੱਚ ਹੀ ਲੁੱਟ ਲੈਂਦੇ ਨੇ, ਤੇ ਫਿਰ ਅੱਗੇ ਜਾ ਕੇ ਉਸ ਦਰਗਾਹ ਦੇ ਵਿੱਚ ਲੇਖਾ ਹੁੰਦਾ ਹੈ। ਇਸ ਕਰਕੇ ਕਬੀਰ ਸਾਹਿਬ ਕਹਿਣ ਲੱਗੇ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਯਾਦ ਨਹੀਂ ਕੀਤਾ, ਚੇਤੇ ਨਹੀਂ ਕੀਤਾ, ਉਹਨਾਂ ਦੇ ਜਿੰਨੇ ਕੋ ਪੁੰਨ ਕਰਮ ਨੇ, ਉਹਨਾਂ ਪੁੰਨ ਕਰਮਾਂ ਨੂੰ ਜਿਹੜੇ ਜਮਦੂਤ ਨੇ ਰਸਤੇ ਦੇ ਵਿੱਚ ਹੀ ਲੁੱਟ ਲੈਂਦੇ ਹਨ। ਕਬੀਰ ਕੁਕਰ ਰਾਮ ਕੋ ਮੋਤੀਆ ਮੇਰੋ ਨਾਉ। ਕਬੀਰ ਸਾਹਿਬ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਕਰਦਿਆਂ ਹੋਇਆ ਤੇ ਆਪਣੇ ਆਪ ਨੂੰ ਉਸ ਪਰਮਾਤਮਾ ਦਾ ਕੂਕਰ ਦੱਸਦਿਆਂ ਹੋਇਆਂ ਇਸ ਸ਼ਲੋਕ ਵਿੱਚ ਬਚਨ ਕਰ ਰਹੇ ਹਨ ਕਿ ਮੈਂ ਉਸ ਪਰਮਾਤਮਾ ਦਾ ਕੁੱਤਾ ਹਾਂ, ਭੁੱਖ ਹੈ ਆਗੈ ਬਦਨ ਪਸਾਰ। ਤੇ ਜਿਵੇਂ ਉਸ ਵਾਹਿਗੁਰੂ ਦਾ ਹੁਕਮ ਹੁੰਦਾ ਹੈ ਮੈਂ ਉਸੇ ਤਰ੍ਹਾਂ ਬੋਲਦਾ ਹਾਂ। ਉਹ ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ, ਮੈਂ ਉਸ ਵਾਹਿਗੁਰੂ ਦਾ ਕੂਕਰ ਹਾਂ। ਮੁਤੀਆ ਮੇਰਾ ਨਾਉ, ਮੇਰਾ ਨਾਮ ਮੁਤੀਆ ਰੱਖਿਆ ਹੋਇਆ ਹੈ। ਦੂਸਰਾ ਅਰਥ ਜੋ ਕੀਤਾ ਹੈ ਕਬੀਰ ਕੂਕਰ ਰਾਮ ਕੋ, ਮੈਂ ਉਸ ਪਰਮਾਤਮਾ ਦਾ ਕੂਕਰ, ਕੂਕਰ ਤੋਂ ਭਾਵ ਸੇਵਕ ਹਾਂ। ਮੈਂ ਉਸ ਪਰਮਾਤਮਾ ਦੇ ਦੱਸੇ ਹੋਏ ਹੁਕਮ ਨੂੰ ਅੱਗੇ ਸੰਸਾਰ ਨੂੰ ਦੱਸਦਾ ਹਾਂ। ਮੁਤੀਆ ਮੇਰੋ ਨਾਉ, ਮੈਂ ਉਸ ਪਰਮਾਤਮਾ ਦੀ ਬੰਦਗੀ ਕਰਨ ਕਰਕੇ, ਉਸ ਵਾਹਿਗੁਰੂ ਦਾ ਨਾਮ ਜਪਣ ਕਰਕੇ ਮੇਰਾ ਨਾਉ ਮੁਤੀਆ ਪੈ ਗਿਆ। ਮੁਤੀਆ ਦਾ ਅਰਥ ਹੈ ਮੁਕਤੀ। ਮੈਂ ਮੁਕਤ ਹੋ ਗਿਆ ਸੰਸਾਰ ਦੇ ਬੰਧਨਾਂ ਤੋਂ, ਕਿਉਂਕਿ ਵਾਹਿਗੁਰੂ ਦੇ ਨਾਮ ਦੇ ਵਿੱਚ ਇਹ ਤਾਕਤ ਹੈ। ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਓ। ਸਾਡੇ ਗਲੇ ਦੇ ਵਿੱਚ ਪਹਿਲੇ ਅਰਥ ਦੇ ਨਾਲ ਜੋੜ ਕੇ ਦੇਖੀਏ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਮੈਂ ਉਸ ਪਰਮਾਤਮਾ ਦਾ ਕੂਕਰ ਹਾਂ, ਕੁੱਤਾ ਹਾਂ, ਮੇਰਾ ਨਾਉ ਮੁਤੀਆ ਹੈ। ਇਸੇ ਤਰ੍ਹਾਂ ਅੱਗੇ ਕਹਿੰਦੇ ਗਲੇ ਹਮਾਰੇ ਜੇਵਰੀ, ਸਾਡੇ ਗਲੇ ਦੇ ਵਿੱਚ ਇੱਕ ਰੱਸੀ ਪਾਈ ਹੋਈ ਹੈ ਉਸ ਪਰਮਾਤਮਾ ਨੇ, ਹੁਕਮ ਰੂਪੀ ਰੱਸੀ ਪਾਈ ਹੋਈ ਹੈ। ਜਿਵੇਂ ਉਸ ਵਾਹਿਗੁਰੂ ਦਾ ਹੁਕਮ ਹੁੰਦਾ ਹੈ ਅਸੀਂ ਵਾਹਿਗੁਰੂ ਦੇ ਹੁਕਮ ਨੂੰ ਮੰਨਦੇ ਹਾਂ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਰੱਸੀ ਉਸ ਵਾਹਿਗੁਰੂ ਨੇ ਪਾਈ ਹੋਈ ਹੈ, ਹੁਕਮ ਰੂਪੀ ਰੱਸੀ ਪਾਈ ਹੋਈ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਉਸ ਵਾਹਿਗੁਰੂ ਦੇ ਹੁਕਮ ਵਿੱਚ ਚੱਲਣਾ ਕੇਵਲ ਤੇ ਕੇਵਲ ਸੰਤਾਂ ਮਹਾਤਮਾ ਨੂੰ ਹੀ ਆਇਆ ਹੈ। ਬਾਕੀ ਸੰਸਾਰ ਤੇ ਵਾਹਿਗੁਰੂ ਦੇ ਹੁਕਮ ਤੋਂ ਉਲਟ ਹੀ ਚੱਲਦੇ ਹਨ, ਇਸੇ ਲਈ ਦੁਖੀ ਹੁੰਦੇ ਹਨ। ਕਹਿਣ ਲੱਗੇ ਮੈਂ ਉਸ ਵਾਹਿਗੁਰੂ ਦਾ ਕੂਕਰ ਹਾਂ, ਮੁਤੀਆ ਮੇਰਾ ਨਾਂ ਹੈ, ਤੇ ਵਾਹਿਗੁਰੂ ਨੇ ਸਾਡੇ ਗਲੇ ਦੇ ਵਿੱਚ ਹੁਕਮ ਰੂਪੀ ਰੱਸੀ ਪਾਈ ਹੋਈ ਹੈ। ਜਿਵੇਂ ਜਿਵੇਂ ਵਾਹਿਗੁਰੂ ਹੁਕਮ ਚਲਾਉਂਦਾ ਹੈ ਅਸੀਂ ਉਸ ਵਾਹਿਗੁਰੂ ਦੇ ਹੁਕਮ ਵਿੱਚ ਹੀ ਚੱਲਦੇ ਹਾਂ। ਜਪਜੀ ਸਾਹਿਬ ਦੇ ਆਰੰਭ ਵਿੱਚ ਪਹਿਲੀ ਪੌੜੀ ਵਿੱਚ ਹੀ ਹੁਕਮ ਦੇ ਬਾਬਤ ਬਚਨ ਆਏ ਨੇ। ਹੁਕਮ ਕੀ ਹੈ ਵਾਹਿਗੁਰੂ ਦਾ? ਯੂਨੀਵਰਸਲ ਕੀ ਹੈ ਹੁਕਮ?
ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਸੱਚੇ ਕਿਵੇਂ ਬਣਨਾ ਹੈ, ਕੂੜ ਦੀ ਜਿਹੜੀ ਪਾਲ ਹੈ ਉਹ ਕਿਵੇਂ ਟੁੱਟੇਗੀ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜਿਹੜੇ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਦੇ ਨੇ, ਵਾਹਿਗੁਰੂ ਦੀ ਰਜ਼ਾ ਦੇ ਵਿੱਚ ਚੱਲਦੇ ਨੇ, ਉਹ ਸੱਚੇ ਨੇ, ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਗਏ। ਤੇ ਉਹਨਾਂ ਦੀ ਕੂੜ ਦੀ ਜਿਹੜੀ ਪਾਲ ਹੈ, ਕੰਧ ਹੈ, ਉਹ ਹਮੇਸ਼ਾ ਹਮੇਸ਼ਾ ਲਈ ਟੁੱਟ ਗਈ। ਇਸ ਕਰਕੇ ਕਹਿੰਦੇ ਨੇ, ਗਲੇ ਹਮਾਰੇ ਜੇਵਰੀ ਜੈ ਖਿੰਚੈ ਤਹਿ ਜਾਓ। ਜਿਵੇਂ ਜਿਵੇਂ ਵਾਹਿਗੁਰੂ ਹੁਕਮ ਕਰਦਾ ਹੈ, ਅਸੀਂ ਵਾਹਿਗੁਰੂ ਦੇ ਹੁਕਮ ਅਨੁਸਾਰ ਹੀ ਚੱਲਦੇ ਹਾਂ। ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਏ। ਹੁਣ ਉਹਨਾਂ ਸਾਧੂਆਂ ਨੂੰ ਉਪਦੇਸ਼ ਦੇ ਰਹੇ ਨੇ, ਜਿਹੜੇ ਆ ਕੇ ਕਬੀਰ ਸਾਹਿਬ ਨੂੰ ਕਹਿਣ ਲੱਗੇ, ਜੀ ਕਬੀਰ ਸਾਹਿਬ ਤੁਸੀਂ ਰੱਬ ਦੀ ਬੰਦਗੀ ਕਰਦੇ ਹੋ, ਅਸੀਂ ਤੁਹਾਨੂੰ ਇੱਕ ਮਾਲਾ ਭੇਟ ਕਰਦੇ ਹਾਂ। ਤੇ ਕਬੀਰ ਸਾਹਿਬ ਕਹਿਣ ਲੱਗੇ, ਇਸ ਮਾਲਾ ਦਾ ਅਸੀਂ ਕੀ ਕਰਨਾ ਹੈ। ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੈ ਲੋਏ। ਕਹਿਣ ਲੱਗੇ, ਹੱਥ ਵਿੱਚ ਲੱਕੜ ਦੇ ਮਣਕਿਆਂ ਦੀ ਬਣੀ ਹੋਈ ਮਾਲਾ ਫੜ ਕੇ ਇਹਦੇ ਨਾਲ ਜੇ ਰੱਬ ਦਾ ਨਾਂ ਲੈਂਦਾ ਹੈ ਤੇ ਇਹ ਤੂੰ ਲੋਕਾਂ ਨੂੰ ਕੀ ਦਿਖਾਉਣਾ ਹੈ। ਅੱਗੇ ਦੱਸਦੇ ਹਨ, ਹਿਰਦੈ ਰਾਮ ਨਾ ਚੇਤਈ ਇਹ ਜਪਨੀ ਕਿਆ ਹੋਏ। ਕਹਿਣ ਲੱਗੇ, ਹੁਣ ਹੱਥ ਵਿੱਚ ਮਾਲਾ ਹੈ ਤੇ ਮੂੰਹ ਵਿੱਚ ਪਰਮਾਤਮਾ ਦਾ ਨਾਮ ਵੀ ਹੈ, ਪਰ ਧਿਆਨ ਕਿਸੇ ਹੋਰ ਪਾਸੇ ਹੈ, ਧਿਆਨ ਇਕਾਗਰਤਾ ਬਣੀ ਹੀ ਨਹੀਂ। ਤੇ ਕਹਿਣ ਲੱਗੇ, ਫਿਰ ਇਸ ਮਾਲਾ ਦਾ ਕੀ ਫਾਇਦਾ ਹੋਇਆ। ਜਿਸ ਤਰ੍ਹਾਂ ਆਰੰਭ ਦੇ ਵਿੱਚ ਵੀ ਕਬੀਰ ਸਾਹਿਬ ਦਾ ਇੱਕ ਸ਼ਲੋਕ ਹੈ, ਜਿੱਥੇ ਉਹ ਕਹਿੰਦੇ ਨੇ, ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦਿ ਜੁਗਾਦੀ ਸਗਲ ਭਗਤ ਤਾਕੋ ਸੁਖ ਵਿਸਰਾਮ। ਕਬੀਰ ਸਾਹਿਬ ਨੂੰ ਇੱਕ ਪੰਡਤ ਨੇ ਜਦੋਂ ਮਾਲਾ ਭੇਟਾ ਕਰਨੀ ਚਾਹੀ ਬੜੀ ਸ਼ੈਤਾਨੀ ਦੇ ਨਾਲ, ਕਿ ਜੇ ਮੈਂ ਕਬੀਰ ਸਾਹਿਬ ਨੂੰ ਮਾਲਾ ਦੇ ਦੇਵਾਂਗਾ, ਕਬੀਰ ਮੇਰਾ ਚੇਲਾ ਬਣ ਜਾਏਗਾ। ਤੇ ਦੂਸਰਾ, ਉਹਨਾਂ ਸਮਿਆਂ ਦੇ ਵਿੱਚ ਖਿਆਲ ਹੁੰਦਾ ਸੀ ਕਿ ਜੇ ਕੋਈ ਮਾਲਾ ਕਿਸੇ ਦੂਸਰੇ ਨੂੰ ਦਿੰਦਾ ਪਰਮਾਤਮਾ ਦਾ ਨਾਮ ਜਪਣ ਲਈ, ਤੇ ਜਿੰਨਾ ਉਹ ਜਾਪ ਕਰਦਾ, ਸਿਮਰਨ ਕਰਦਾ, ਉਹਦਾ ਚੌਥਾ ਹਿੱਸਾ ਮਾਲਾ ਦੇਣ ਵਾਲੇ ਨੂੰ ਪ੍ਰਾਪਤ ਹੁੰਦਾ। ਇਹ ਵਿਚਾਰ ਉਸ ਵੇਲੇ ਸੀ। ਤੇ ਕਬੀਰ ਸਾਹਿਬ ਨੇ ਉਸ ਵੇਲੇ ਸ਼ਬਦ ਉਚਾਰਨ ਕੀਤਾ, ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ। ਕਹਿਣ ਲੱਗੇ, ਮੇਰੀ ਤੇ ਸਿਮਰਨੀ ਇਹੋ ਹੈ, ਸਿਮਰਨੀ ਤੋਂ ਭਾਵ ਮਾਲਾ, ਮੇਰੀ ਤੇ ਇਹੋ ਹੀ ਮਾਲਾ ਹੈ ਕਿ ਮੇਰੀ ਰਸਨਾ ਦੇ ਉੱਪਰ ਹੀ ਪਰਮਾਤਮਾ ਦਾ ਨਾਮ ਹੈ। ਮੈਂ ਜਿਵੇਂ ਜਿਵੇਂ ਵਾਹਿਗੁਰੂ ਦਾ ਨਾਮ ਜਪਦਾ ਹਾਂ, ਮੇਰੀ ਰਸਨਾ ਲਗਾਤਾਰ ਹਿੱਲ ਰਹੀ ਹੈ, ਜਿਸ ਤਰ੍ਹਾਂ ਮਾਲਾ ਦੇ ਮਣਕੇ ਹਿੱਲਦੇ ਹਨ। ਕਹਿਣ ਲੱਗੇ, ਆਦਿ ਜੁਗਾਦੀ ਸਗਲ ਭਗਤ ਤਾਕੋ ਸੁਖ ਵਿਸਰਾਮ। ਜਿੰਨੇ ਵੀ ਆਦਿ ਤੋਂ ਜੁਗਾਂ ਤੋਂ ਵਾਹਿਗੁਰੂ ਦਾ ਨਾਮ ਜਪਣ ਵਾਲੇ ਭਗਤ ਪਰਮਾਤਮਾ ਦਾ ਨਾਮ ਜਪਦੇ ਨੇ, ਉਹ ਸੁਖ ਆਰਾਮ ਦੇ ਨਾਲ ਰਹਿੰਦੇ ਨੇ ਵਾਹਿਗੁਰੂ ਦੇ ਨਾਮ ਕਰਕੇ। ਇਸੇ ਤਰ੍ਹਾਂ ਕਹਿ ਰਹੇ ਨੇ ਕਿ ਹੈ ਭਾਈ, ਇਹ ਲੱਕੜ ਦੀ ਮਾਲਾ ਹੱਥ ਵਿੱਚ ਫੜ ਕੇ ਲੋਕਾਂ ਨੂੰ ਕੀ ਦਿਖਾ ਰਹੇ ਹੋ। ਜੇ ਤੁਹਾਡੇ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਨਾਮ ਨਾ ਵਸਿਆ ਤੇ ਫਿਰ ਇਸ ਮਾਲਾ ਦਾ ਕੀ ਫਾਇਦਾ। ਕਬੀਰ ਬਿਰਹੋ ਪੋਯੰਗਮ ਮਨ ਬਸੈ ਮੰਤ ਨ ਮਾਨੈ ਕੋਏ। ਬਿਰਹੋ ਦਾ ਅਰਥ ਹੈ ਵਿਛੋੜਾ। ਜਿਨ੍ਹਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਵਿਛੋੜਾ ਪਿਆ, ਵਿਛੋੜਾ ਤੇ ਸਭ ਨੂੰ ਹੀ ਪਿਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਦੋਂ ਜਨਮ ਹੋਇਆ ਨਾ, ਉਸੇ ਵੇਲੇ ਵਿਛੋੜਾ ਹੋਇਆ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ। ਹੁਣ ਉਹ ਜਿਹੜਾ ਵਿਛੋੜਾ ਹੈ, ਮਾਤਾ ਦੇ ਪੇਟ ਦੇ ਵਿੱਚ ਤੇ ਲਿਵ ਲੱਗੀ ਹੋਈ ਸੀ, ਪਰਮਾਤਮਾ ਦਾ ਸਿਮਰਨ ਸਵਾਸ ਸਵਾਸ ਚੱਲ ਰਿਹਾ ਸੀ, ਜਿੱਥੇ ਵਾਹਿਗੁਰੂ ਰੱਖਿਆ ਵੀ ਕਰ ਰਿਹਾ ਸੀ। ਪਰ ਉੱਥੇ ਇੱਕ ਅਹਿਦ ਕਰਕੇ, ਇੱਕ ਵਾਹਿਗੁਰੂ ਨੂੰ ਭਰੋਸਾ ਦੇ ਕਰਕੇ ਕਿ ਮੈਨੂੰ ਸੰਸਾਰ 'ਤੇ ਭੇਜ, ਮੈਂ ਤੇਰਾ ਨਾਮ ਜਪਾਂਗਾ। ਪਰ ਉਹ ਅਹਿਦ ਜਨਮ ਹੁੰਦਿਆਂ ਸਾਰ ਹੀ ਭੁੱਲ ਜਾਂਦਾ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ, ਲਿਵ ਛੁੜਕੀ, ਟੁੱਟ ਗਈ ਲਿਵ, ਲੱਗੀ ਤ੍ਰਿਸ਼ਨਾ, ਭੁੱਖ ਲੱਗੀ। ਬੱਚੇ ਦੇ ਜਨਮ ਤੋਂ ਬਾਅਦ ਬੱਚੇ ਨੂੰ ਭੁੱਖ ਲੱਗਦੀ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਦਾ ਪਹਿਲਾ ਰੂਪ ਸੀ, ਪਹਿਲਾ ਸਰੂਪ ਸੀ। ਬੱਚੇ ਨੂੰ ਭੁੱਖ ਲੱਗੀ, ਬੱਚਾ ਰੋਇਆ। ਰੋਣ ਤੋਂ ਬਾਅਦ ਮਾਤਾ ਨੇ ਮਹਿਸੂਸ ਕੀਤਾ ਇਹਨੂੰ ਭੁੱਖ ਲੱਗੀ ਹੈ, ਤੇ ਉਹ ਦੁੱਧ ਦੀ ਜਿਹੜੀ ਪਹਿਲੀ ਭੁੱਖ ਸੀ, ਉਹ ਤ੍ਰਿਸ਼ਨਾ ਦਾ ਪਹਿਲਾ ਰੂਪ ਸੀ।
ਤੇ ਇਸ ਤੋਂ ਅੱਗੇ ਫਿਰ ਇਹ ਤ੍ਰਿਸ਼ਨਾ ਰੁਕਣ ਦਾ ਨਾਮ ਨਹੀਂ ਲੈਂਦੀ। ਪਰਮਾਤਮਾ ਤੋਂ ਇਹ ਜੀਵ ਵਿਛੜ ਜਾਂਦਾ ਹੈ। ਵਿਛੋੜਾ ਬਿਰਹੋ ਭੁਯੰਗਮ ਮਨ ਬਸੈ ਮੰਤ ਨਾ ਮਾਨੈ ਕੋਏ। ਹੁਣ ਇਸ ਵਿਛੋੜੇ ਨੂੰ ਕਿਸ ਕਿਸ ਜੀਵ ਨੇ ਕਿਸ ਕਿਸ ਪੱਖ ਦੇ ਵਿੱਚ ਕਿਸ ਕਿਸ ਰੂਪ ਦੇ ਵਿੱਚ ਵੇਖਿਆ। ਇੱਕ ਐਸੇ ਨੇ ਜਿਹੜੇ ਕਹਿਣ ਲੱਗੇ, ਹੇ ਵਾਹਿਗੁਰੂ, ਤੇਰੇ ਤੋਂ ਵਿਛੜ ਕੇ ਸਾਨੂੰ ਜਿਉਣਾ ਨਹੀਂ ਆਉਂਦਾ, ਤੇਰੇ ਤੋਂ ਵਿਛੜ ਕੇ ਅਸੀਂ ਰਹਿ ਨਹੀਂ ਸਕਦੇ। ਉਸ ਵਿਛੋੜੇ ਨੂੰ ਕਬੀਰ ਸਾਹਿਬ ਨੇ ਬਿਆਨ ਕੀਤਾ, ਕਹਿਣ ਲੱਗੇ ਬਿਰਹੋ ਭੁਯੰਗਮ ਮਨ ਬਸੈ ਮੰਤ ਨਾ ਮਾਨੈ ਕੋਏ। ਕਹਿਣ ਲੱਗੇ ਉਹ ਵਿਛੋੜਾ ਐਸਾ ਹੈ, ਬਿਰਹੋ ਵਿਛੋੜਾ, ਬਿਰਹੋ ਦਾ ਜਿਹੜਾ ਸੱਪ ਹੈ, ਬਿਰਹੋ ਦਾ ਜਿਹੜਾ ਵਿਛੋੜਾ ਹੈ ਉਹ ਬਹੁਤ ਵੱਡਾ ਹੈ। ਇੱਕ ਹੋਰ ਬਚਨ ਪਾਵਨ ਗੁਰਬਾਣੀ ਵਿੱਚ ਆਪਾਂ ਸਾਂਝਾ ਕਰਦੇ ਹਾਂ, ਦੁੱਖ ਵਿਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਵਿਛੋੜੇ ਦਾ ਵੀ ਇੱਕ ਦੁੱਖ ਹੈ। ਕਹਿਣ ਲੱਗੇ ਇਹ ਜਿਹੜਾ ਦੁੱਖ ਹੈ ਇਹ ਸਹਿਆ ਨਹੀਂ ਜਾ ਸਕਦਾ, ਇਹੋ ਵਿਛੋੜਾ ਸਹਿਆ ਨਾ ਜਾਏ, ਇਹ ਸਹਿਆ ਨਹੀਂ ਜਾ ਸਕਦਾ। ਮੰਤ ਨਾ ਮਾਨੈ ਕੋਏ। ਕਹਿਣ ਲੱਗੇ ਜਿਹਨੂੰ ਉਸ ਵਾਹਿਗੁਰੂ ਦੇ ਪਿਆਰ ਦੀ ਤਾਂਘ ਲੱਗੀ ਹੋਵੇ ਉਹ ਦੁਨੀਆ ਦੇ ਮੰਤਰਾਂ ਤੋਂ ਕਿੱਥੇ ਖੁਸ਼ ਹੋ ਸਕਦੇ ਨੇ। ਉਹਨਾਂ ਨੂੰ ਕੇਵਲ ਤੇ ਕੇਵਲ ਪਰਮਾਤਮਾ ਹੀ ਚਾਹੀਦਾ, ਕਿਉਂਕਿ ਬਿਰਹੋ ਦਾ ਵਿਛੋੜਾ ਉਹਨਾਂ ਨੂੰ ਲੱਗਾ ਹੋਇਆ ਹੈ। ਰਾਮ ਬਿਯੋਗੀ ਨਾ ਜੀਐ, ਜੀਐ ਤਾਂ ਬੋਰਾ ਹੋਏ। ਤੇ ਜਿਹੜਾ ਰਾਮ ਤੋਂ ਵਿਛੜ ਗਿਆ ਤੇ ਫਿਰ ਰਾਮ ਨੂੰ, ਉਸ ਪਰਮਾਤਮਾ ਨੂੰ ਮਿਲਣ ਦੀ ਤਾਂਘ ਜਿਨ੍ਹਾਂ ਦੇ ਅੰਦਰ ਪੈਦਾ ਹੋ ਗਈ, ਕਹਿਣ ਲੱਗੇ ਉਹ ਕਿਵੇਂ ਜੀਂਦੇ ਰਹਿ ਸਕਦੇ ਨੇ। ਤੇ ਜੇ ਉਹ ਜੀਂਦੇ ਹੈਗੇ ਨੇ ਤੇ ਕਹਿਣ ਲੱਗੇ ਉਹ ਪਾਗਲ ਹੋਣਗੇ, ਕਿਉਂਕਿ ਜੀਏ ਤਾਂ ਬੌਰਾ ਹੋਏ। ਵਾਹਿਗੁਰੂ ਤੋਂ ਵਿਛੜ ਕੇ ਉਹ ਜਿਉਂਦੇ ਨਹੀਂ ਰਹਿ ਸਕਦੇ, ਜੇ ਉਹ ਜਿਉਂਦੇ ਨੇ ਤੇ ਉਹ ਪਾਗਲ ਨੇ। ਕਮਾਲ ਹੈ, ਉਹ ਵਾਹਿਗੁਰੂ ਦੇ ਪਿਆਰ ਦੇ ਵਿੱਚ ਇਸ ਤਰ੍ਹਾਂ ਭਿੱਜ ਚੁੱਕੇ ਨੇ। ਤੇ ਜਦੋਂ ਇੱਕ ਸਮਾਂ ਆਉਂਦਾ ਉਸ ਵਾਹਿਗੁਰੂ ਦੀ ਪ੍ਰਾਪਤੀ ਦਾ, ਤੇ ਫਿਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ 12 ਮਾਹ ਦੀ ਪਵਿੱਤਰ ਬਾਣੀ ਵਿੱਚ ਬਚਨ ਕਰਦੇ ਨੇ, ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ। ਹੁਣ ਆਨੰਦ ਹੈ, ਹੁਣ ਖੁਸ਼ੀ ਹੈ, ਕਿਉਂਕਿ ਸੱਜਣ ਦੀ ਪ੍ਰਾਪਤੀ ਹੋ ਗਈ। ਜਿਸ ਵਾਹਿਗੁਰੂ ਦੀ ਪ੍ਰਾਪਤੀ ਲਈ ਯਤਨ ਕੀਤੇ ਜਾ ਰਹੇ ਸਨ, ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅੱਗੇ ਬਚਨ ਕਰਦੇ ਨੇ, ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਰਾਧਿਆ ਦਰਗਾਹ ਸੱਚ ਖਰੇ। ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ, ਵਾਹਿਗੁਰੂ ਦੀ ਪ੍ਰਾਪਤੀ ਹੋ ਗਈ। ਪਰ ਪ੍ਰਾਪਤੀ ਤੋਂ ਬਗੈਰ ਕਹਿਣ ਲੱਗੇ ਉਹ ਵਿਛੋੜਾ ਉਹਨਾਂ ਤੋਂ ਸਹਿਆ ਨਹੀਂ ਜਾਂਦਾ। ਜੇ ਉਹ ਜਿਉਂਦੇ ਨੇ ਤੇ ਉਹ ਪਾਗਲ ਹੋ ਜਾਣਗੇ, ਅਵਲ ਤੇ ਉਹ ਜਿਉਂਦੇ ਨਹੀਂ ਰਹਿ ਸਕਦੇ। ਕਬੀਰ ਪਾਰਸ ਚੰਦਨ ਤਿਨ ਹੈ ਏਕ ਸੁਗੰਧ। ਪਾਰਸ ਤੇ ਚੰਦਨ ਦੀ ਗੱਲ ਕੀਤੀ ਹੈ। ਕਹਿਣ ਲੱਗੇ ਇਹਨਾਂ ਦੋਨਾਂ ਦੇ ਵਿੱਚ ਇੱਕੋ ਜਿਹੇ ਗੁਣ ਨੇ। ਕੀ ਗੁਣ ਨੇ ਅੱਗੇ ਦੱਸਦੇ ਹਨ, ਤੇ ਮਿਲ ਤੇਉ ਉਤਮ ਪਏ ਲੋਹ ਕਾਠ ਨਿਰਗੰਧ। ਤੇਉ ਮਿਲ ਤੇਉ ਉਤਮ ਪਏ। ਪਾਰਸ ਦੇ ਨਾਲ ਲੋਹਾ ਛੂ ਜਾਵੇ ਤੇ ਲੋਹਾ ਵੀ ਪਾਰਸ ਦਾ ਰੂਪ ਬਣ ਜਾਂਦਾ ਹੈ। ਕਹਿਣ ਲੱਗੇ ਲੋਹਾ ਵੀ ਸੋਨਾ ਬਣ ਜਾਂਦਾ ਹੈ। ਇਸੇ ਤਰ੍ਹਾਂ ਚੰਦਨ ਦੀ ਖੁਸ਼ਬੂ ਵਾਂਸ ਨੂੰ ਛੱਡ ਕੇ ਬਾਕੀ ਸਾਰੀਆਂ ਲੱਕੜਾਂ ਦੇ ਵਿੱਚ ਵਾਂਸ ਚੰਦਨ ਦੀ ਸੁਗੰਧੀ ਆ ਜਾਂਦੀ ਹੈ। ਇਹਨਾਂ ਦੇ ਵਿੱਚ ਇਹ ਇੱਕੋ ਜਿਹਾ ਗੁਣ ਹੈ ਕਿ ਇਹ ਦੂਸਰੀ ਧਾਤੂ ਨੂੰ ਵੀ ਆਪਣੇ ਵਰਗਾ ਬਣਾ ਲੈਂਦੇ ਹਨ। ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ। ਕਬੀਰ ਸਾਹਿਬ ਸਮਝਾਉਂਦੇ ਨੇ ਕਿ ਭਾਈ ਪਰਮਾਤਮਾ ਦੀ ਬੰਦਗੀ ਕੀਤੀ ਜਾਵੇ ਭਲਾ ਹੈ। ਜੇਕਰ ਵਾਹਿਗੁਰੂ ਨੂੰ ਛੱਡ ਕੇ ਹੋਰਾਂ ਹੀ ਧੰਦਿਆਂ ਦੇ ਵਿੱਚ ਆਪਣੇ ਮਨ ਨੂੰ ਖਚਿਤ ਕਰ ਲਿਆ ਤੇ ਫਿਰ ਅੱਗੇ ਆਉਣ ਵਾਲਾ ਸਮਾਂ ਬੜਾ ਬੁਰਾ ਹੈ। ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ। ਠੇਂਗਾ ਦਾ ਅਰਥ ਲਿਆ ਗਿਆ ਡੰਡਾ। ਡੰਡੇ ਤੋਂ ਭਾਵ ਮਾਰ, ਕਿ ਜਮਾਂ ਦੀ ਮਾਰ ਬੜੀ ਬੁਰੀ ਹੈ। ਉਹ ਜਿਹੜਾ ਡੰਡਾ ਹੈ ਉਹ ਸਹਿਆ ਨਹੀਂ ਜਾਣਾ ਜੀਵ ਤੋਂ। ਜਿਸ ਤਰ੍ਹਾਂ ਪਾਤਸ਼ਾਹ ਜੀ ਬਚਨ ਕਰਦੇ ਨੇ, ਪਾਪੀ ਕਰਮ ਕਮਾਵੰਦੇ ਕਰਦੇ ਹਾਏ ਹਾਏ, ਨਾਨਕ ਜਿਉ ਮਥਨ ਮਾਧਾਣੀਆਂ
ਤਿਉ ਮਥੇ ਧਰਮ ਰਾਏ। ਕਹਿਣ ਲੱਗੇ ਫਿਰ ਇਹ ਹਾਲਾਤ ਹੋਵੇਗੀ, ਉਹ ਜਿਹੜਾ ਡੰਡਾ ਹੈ ਉਹ ਸਹਿਆ ਨਹੀਂ ਜਾਣਾ। ਏਕ ਜੋ ਸਾਧੂ ਮੋਹੇ ਮਿਲਿਓ ਤਿਨ ਲਿਆ ਅੰਚਲ ਲਾਏ। ਕਬੀਰ ਸਾਹਿਬ ਕਹਿਣ ਲੱਗੇ ਏਕ ਜੋ ਸਾਧੂ ਮੋਹੇ ਮਿਲਿਓ ਤਿਨ ਲਿਆ ਅੰਚਲ। ਅੰਚਲ ਦਾ ਭਾਵ ਬੁੱਕਲ ਦੇ ਵਿੱਚ ਆਪਣੇ ਕੋਲ ਬਿਠਾ ਲਿਆ, ਜਾਂ ਸਾਨੂੰ ਸੰਸਾਰਕ ਪੱਖ ਤੋਂ ਬਚਾ ਲਿਆ। ਸਾਧੂ ਰੂਪ ਅਕਾਲ ਪੁਰਖ ਵਾਹਿਗੁਰੂ ਜਾਂ ਪੂਰਨ ਸਾਧੂ ਮਹਾਤਮਾ ਜੋ ਮਿਲਦੇ ਹਨ, ਉਹ ਫਿਰ ਇੱਕ ਨੂੰ ਨਹੀਂ, ਪਤਾ ਹੀ ਨਹੀਂ ਕਿੰਨਿਆਂ ਨੂੰ, ਉਹ ਆਪ ਵਾਹਿਗੁਰੂ ਦਾ ਨਾਮ ਜਪਦੇ ਨੇ ਤੇ ਹੋਰਨਾਂ ਨੂੰ ਵੀ ਪਰਮਾਤਮਾ ਦੀ ਬੰਦਗੀ ਵਾਲੇ ਪਾਸੇ ਜੋੜਦੇ ਨੇ। ਮੰਨੈ ਤਰੈ ਤਾਰੇ ਗੁਰਸਿੱਖ, ਜਿਨ੍ਹਾਂ ਨੇ ਆਪ ਵਾਹਿਗੁਰੂ ਦੇ ਨਾਮ ਨੂੰ ਮੰਨਿਆ, ਸੁਣਿਆ, ਮੰਨਿਆ, ਮਨ ਕੀਤਾ ਭਾਉ, ਉਹ ਹੋਰਨਾਂ ਨੂੰ ਵੀ ਉਪਦੇਸ਼ ਦਿੰਦੇ ਹਨ ਤੇ ਪਤਾ ਹੀ ਨਹੀਂ ਕਿੰਨਿਆਂ ਕੁ ਨੂੰ ਹੀ ਆਪਣੇ ਅੰਚਲ ਦੇ ਨਾਲ ਲਾ ਲੈਂਦੇ ਹਨ, ਸੰਸਾਰ ਵਾਲੇ ਪਾਸਿਓਂ ਬਚਾ ਲੈਂਦੇ ਹਨ। ਕਬੀਰ ਵੈਦ ਕਹਿ ਹੋਈ ਭਲਾ ਦਾਰੂ ਮੇਰਾ ਵਸ। ਇੱਕ ਵਾਰ ਦੀ ਘਟਨਾ ਹੈ, ਇੱਕ ਵੈਦ ਨੇ ਸ਼ਿਵ ਜੀ ਦੀ ਉਪਾਸਨਾ ਕਰਕੇ ਇਹ ਵਰ ਪ੍ਰਾਪਤ ਕਰ ਲਿਆ ਕਿ ਮੈਂ ਜਿਸ ਨੂੰ ਵੀ ਦਵਾਈ ਦੇਵਾਂ, ਮੇਰੀ ਦਵਾਈ ਦੇ ਨਾਲ ਹਰ ਬੰਦਾ ਠੀਕ ਹੋ ਜਾਵੇ। ਹੋਇਆ ਕਿ ਇੱਕ ਵਾਰ ਕਿਸੇ ਰਾਜੇ ਦਾ ਲੜਕਾ ਬਿਮਾਰ ਹੋਇਆ ਤੇ ਇਸ ਵੈਦ ਨੂੰ ਬੁਲਾਇਆ ਗਿਆ ਕਿ ਇਸ ਵੈਦ ਦੀ ਦਵਾਈ ਦੇ ਨਾਲ ਬਿਲਕੁਲ ਮਰਨ ਵਾਲਾ ਮਨੁੱਖ ਵੀ ਜਿਹੜਾ ਹੈ ਉਹ ਠੀਕ ਹੋ ਜਾਂਦਾ ਹੈ। ਇਹਨੂੰ ਬੁਲਾਇਆ ਗਿਆ, ਬੜਾ ਇਸ ਨੂੰ ਮਾਣ ਆਪਣੀ ਇਸ ਵਿੱਦਿਆ ਦੇ ਉੱਪਰ ਤੇ ਵਰ ਪ੍ਰਾਪਤ ਕੀਤੇ। ਤੇ ਜਦੋਂ ਜਾ ਕੇ ਲੜਕੇ ਦੇ ਮੁਖ ਦੇ ਵਿੱਚ ਇਸ ਨੇ ਆਪਣੀ ਗੋਲੀ ਪਾਈ ਤੇ ਲੜਕੇ ਦੀ ਮੌਤ ਹੋ ਜਾਂਦੀ ਹੈ। ਉੱਥੇ ਇਹਦਾ ਬੜਾ ਨਿਰਾਦਰ ਹੋਇਆ। ਸਭ ਲੋਕ ਕਹਿਣ ਲੱਗੇ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਇਹ ਵੈਦ ਝੂਠਾ ਹੈ। ਰੌਲਾ ਪੈ ਗਿਆ, ਇਹ ਜੰਗਲ ਵਿੱਚ ਚਲਿਆ ਗਿਆ, ਉੱਥੇ ਚਿਖਾ ਚਿਣ ਲਈ, ਮਰਨ ਲਈ ਤਿਆਰੀ ਕਰ ਲਈ। ਆਕਾਸ਼ਬਾਣੀ ਹੋਈ, ਵੈਦ ਤੂੰ ਕਿਉਂ ਮਰ ਰਿਹਾ ਹੈ? ਤੂੰ ਝੂਠਾ ਨਹੀਂ ਹੈ, ਤੈਨੂੰ ਵਰ ਪ੍ਰਾਪਤ ਹੋਇਆ ਹੈ। ਪਰ ਦੂਜੀ ਗੱਲ ਹੈ ਕਿ ਤੇਰੀ ਗੋਲੀ ਉਸ ਲੜਕੇ ਦੇ ਗਲੇ ਤੋਂ ਅੰਦਰ ਨਹੀਂ ਗਈ, ਉਹਦੇ ਮੁਖ ਦੇ ਵਿੱਚ ਹੀ ਹੈ। ਤੂੰ ਵੀ ਝੂਠਾ ਨਹੀਂ, ਜਾ ਕਰਕੇ ਦੇਖ। ਇਹ ਜੰਗਲ 'ਚੋਂ ਵਾਪਸ ਆਇਆ, ਲੜਕੇ ਦੇ ਮੁਖ ਦੇ ਵਿੱਚ ਜਾ ਕੇ ਦੇਖੀ ਗੋਲੀ ਉਸੇ ਤਰ੍ਹਾਂ ਪਈ ਸੀ। ਭਾਵੇਂ ਕਿ ਕਾਲ ਜਦੋਂ ਆਉਂਦਾ ਹੈ, ਮੌਤ ਜਦੋਂ ਆਉਂਦੀ ਹੈ, ਉਹ ਬੜੇ ਤਰੀਕਿਆਂ ਦੇ ਨਾਲ ਮਨੁੱਖ ਨੂੰ ਵਲ ਲੈਂਦੀ ਹੈ, ਉਹਨੂੰ ਕੋਈ ਰੋਕ ਨਹੀਂ ਸਕਦਾ। ਇਹਦੇ ਮੁਖ ਵਿੱਚ ਗੋਲੀ ਪਾਉਣ ਤੋਂ ਪਹਿਲਾਂ ਮੌਤ ਨੇ ਉਸ ਰਾਜੇ ਦੇ ਲੜਕੇ ਨੂੰ ਆਪਣੀ ਗ੍ਰਿਫਤ ਵਿੱਚ ਲੈ ਲਿਆ ਸੀ। ਕਬੀਰ ਸਾਹਿਬ ਕਹਿਣ ਲੱਗੇ ਕਿ ਹੇ ਵੈਦ ਕਹੈ ਹਉ ਹੋਈ ਭਲਾ ਦਾਰੂ ਮੇਰੇ ਵਸ, ਕਿ ਇਹ ਦਾਰੂ ਮੇਰੇ ਵਸ ਵਿੱਚ ਹੈ ਕਿ ਮੈਂ ਮਨੁੱਖਾਂ ਨੂੰ ਜਿਉਂਦੇ ਕਰ ਸਕਦਾ ਹਾਂ। ਕਬੀਰ ਸਾਹਿਬ ਦੱਸਦੇ ਹਨ, ਇਹ ਤੋ ਬਸਤ ਗੋਪਾਲ ਕੀ ਜਬ ਪਾਵੈ ਲੇਖਸ। ਕਹਿਣ ਲੱਗੇ ਇਹ ਵਸਤੂ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੈ। ਜਨਮ ਤੇ ਮੌਤ ਜਦੋਂ ਉਹ ਚਾਹੁੰਦਾ ਹੈ ਖੋਹ ਲੈਂਦਾ ਹੈ, ਜਦੋਂ ਉਹ ਚਾਹੇ ਮਨੁੱਖ ਨੂੰ ਵਡਿਆਈ ਦਿੰਦਾ ਹੈ, ਜੀਵਨ ਬਖਸ਼ ਦਿੰਦਾ ਹੈ। ਇਸ ਕਰਕੇ ਆਪਣੀ ਇਸ ਵਿੱਦਿਆ ਦੇ ਉੱਪਰ ਕਦੇ ਹੰਕਾਰ ਨਹੀਂ ਕਰਨਾ ਚਾਹੀਦਾ। ਕਬੀਰ ਨੌਬਤ ਆਪਣੀ ਦਿਨ ਦਸ ਲਿਹੋ ਬਜਾਏ। ਨੌਬਤ ਕਹਿਣ ਲੱਗੇ ਆਪਣੇ ਜਿਹੜੇ ਨਗਾਰੇ ਵਜਾਉਣਾ ਹੈ, ਆਪਣੀ ਵਿੱਦਿਆ ਦੇ, ਆਪਣੇ ਸਰੀਰ ਦੇ, ਆਪਣੇ ਧਨ ਦੇ, ਕਿਸੇ ਵੀ ਤਰ੍ਹਾਂ ਦੇ, ਇਹ 10 ਕੁ ਦਿਨ ਦੇ ਨਗਾਰੇ ਨੇ। ਨਗਾਰੇ ਵਜਾ ਲੈ, ਇੱਕ ਦਿਨ ਸਮਾਂ ਆਵੇਗਾ ਫਿਰ ਜਾਣਾ ਪਵੇਗਾ। ਨਦੀ ਨਾਵ ਸੰਜੋਗ ਜਿਉ ਬੋਹਰ ਨ ਮਿਲ ਹੈ ਆਏ। ਕਹਿਣ ਲੱਗੇ ਨਦੀ ਨਾਵ ਸੰਜੋਗ, ਦੋ ਅਰਥ ਇਸ ਦੇ ਕੀਤੇ ਨੇ। ਪਹਿਲਾ ਅਰਥ ਕਿ ਜਿਸ ਤਰ੍ਹਾਂ ਨਦੀ ਨੂੰ ਪਾਰ ਕਰਨਾ ਹੋਵੇ ਤੇ ਉਸ ਬੇੜੀ ਵਿੱਚ ਜਿੰਨੇ ਵੀ ਲੋਕ ਸਵਾਰ ਹੁੰਦੇ ਨੇ, ਕੀ ਪਤਾ ਉਹਨਾਂ ਦਾ ਦੁਬਾਰਾ ਮੇਲ ਹੋਣਾ ਕਿ ਨਹੀਂ ਹੋਣਾ। ਜਿਸ ਤਰ੍ਹਾਂ ਆਪਾਂ ਸਫ਼ਰ ਕਰਦੇ ਹਾਂ, ਜਹਾਜ਼ਾਂ ਦਾ ਸਫ਼ਰ ਕਰਦੇ, ਬੱਸਾਂ ਦਾ ਸਫ਼ਰ ਕਰਦੇ ਹਾਂ, ਬੜੀਆਂ ਸਵਾਰੀਆਂ ਮਿਲਦੀਆਂ ਨੇ, ਕੀ ਪਤਾ ਦੁਬਾਰਾ ਕਿਸੇ ਨੇ ਮਿਲਣਾ ਕਿ ਨਹੀਂ ਮਿਲਣਾ। ਨਦੀ ਨਾਵ ਸੰਜੋਗ। ਦੂਸਰਾ ਅਰਥ ਕੀਤਾ, ਕਹਿਣ ਲੱਗੇ ਨਦੀ ਦਾ ਪਾਣੀ, ਜਿੱਥੋਂ ਦੀ ਉਹ ਕਿਸ਼ਤੀ, ਉਹ ਬੋਟ ਲੰਘ ਰਹੀ ਹੈ, ਉਹ ਪਾਣੀ ਦੁਬਾਰਾ ਉਸ ਨਾਵ ਨੂੰ ਆ ਕੇ ਟੱਚ ਨਹੀਂ ਕਰੇਗਾ, ਕਿਉਂਕਿ ਉਹ ਪਾਣੀ ਨਿਕਲ ਗਿਆ ਹੁੰਦਾ ਹੈ। ਨਦੀ ਨਾਵ ਸੰਜੋਗ, ਜਿਉਂ ਬੋਹਰ ਨਾ ਮਿਲ ਹੈ ਆਏ, ਉਹ ਦੁਬਾਰਾ ਨਹੀਂ ਮਿਲਦਾ।
ਇਸੇ ਲਈ ਕਬੀਰ ਸਾਹਿਬ ਕਹਿਣ ਲੱਗੇ, ਭਾਈ ਇਹ ਜਿਹੜਾ ਮਨੁੱਖਾ ਸਰੀਰ ਹੈ ਇਹ ਵੀ ਵਾਰ-ਵਾਰ ਪ੍ਰਾਪਤ ਨਹੀਂ ਹੁੰਦਾ। ਇਸ ਮਨੁੱਖਾ ਸਰੀਰ ਦੇ ਵਿੱਚ ਜੋ ਵਾਹਿਗੁਰੂ ਨੇ ਸਵਾਸ ਬਖਸ਼ੇ ਨੇ, ਨਦੀ ਨਾਵ ਸੰਜੋਗ, ਜੋ ਦੂਸਰੇ ਅਰਥ ਦੇ ਨਾਲ ਮਿਲਦੇ ਹੋਏ ਅਰਥ ਕਰੀਏ ਕਿ ਜਿਵੇਂ ਨਾਵ ਨੂੰ ਟੱਚ ਕਰਕੇ ਜਿਹੜਾ ਪਾਣੀ ਨਿਕਲ ਗਿਆ ਉਹ ਦੁਬਾਰਾ ਨਹੀਂ ਆਉਂਦਾ, ਇਸੇ ਤਰ੍ਹਾਂ ਮਿਲੇ ਹੋਏ ਸਵਾਸ ਜਿਹੜੇ ਇੱਕ ਵਾਰ ਨਿਕਲ ਗਏ ਉਹ ਦੁਬਾਰਾ ਇਸ ਦੇਹੀ ਨੂੰ ਪ੍ਰਾਪਤ ਨਹੀਂ ਹੋਣੇ। ਇਸ ਕਰਕੇ ਗੁਰਮੁਖ ਰੋਮ ਰੋਮ ਹਰਿ ਧਿਆਏ, ਇਹਨਾਂ ਸਵਾਸਾਂ ਨੂੰ ਸਫਲਾ ਕੀਤਾ ਜਾਵੇ, ਵਾਹਿਗੁਰੂ ਦੀ ਬੰਦਗੀ ਦੇ ਵਿੱਚ ਲਾਇਆ ਜਾਵੇ। ਇੱਥੋਂ ਤੱਕ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਤੋਂ ਖਿਮਾ। ਗੁਰੂ ਕੀ ਸੰਗਤ ਗੁਰੂ ਮਹਾਰਾਜ ਬਖਸ਼ਣ ਯੋਗ ਹਨ, ਕਿਰਪਾ ਕਰਕੇ ਬਖਸ਼ ਦੇਣਾ ਜੀ। ਅਗਾਂਹ ਤੋਂ ਸਮਤ ਬਖਸ਼ਣੀ, ਸ੍ਰੇਸ਼ਟ ਮਤ ਬੁੱਧ ਅਨੁਸਾਰ ਕਥਾ ਵਿਚਾਰ ਕਰ ਸਕੀਏ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਬੀਰ ਨੋਬਤ ਆਪਣੀ ਦਿਨ 10 ਲਿਹੋ ਬਜਾਏ, ਨਦੀ ਨਾਵ ਸੰਜੋਗ ਜਿਉ ਬੋਹਰ ਨ ਮਿਲਹਿ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।